Recording in progress. एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद वाहिगुरु 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 जी का खालसा वाहिगुरु जी की फतेह। सत्कारयोग गुरु प्यार वालियो, जपती साहब की लड़ीवार विचार विचों ਇਹ ਸਾਂਝ ਕਰਦਿਆਂ ਅੱਜ ਅਸੀਂ ਧਰਮਖੰਡ ਤੋਂ ਸੱਚਖੰਡ ਦਾ ਜੋ ਸਫ਼ਰ ਹੈ ਉਹ ਆਪ ਜੀ ਨਾਲ ਸ਼ੇਅਰ ਕਰਾਂਗੇ। ਮੁੱਢਲੇ ਰੂਪ ਵਿੱਚ ਸੱਚਖੰਡ ਦੀ ਵਿਚਾਰ ਕਰਨੀ ਹੈ, ਪਰ ਕੁਝ ਵੀਰ ਭੈਣਾਂ ਅੱਜ ਇਸ ਜ਼ੂਮ ਵਿੱਚ ਨਵੇਂ ਸ਼ਾਮਲ ਹੋਏ ਹਨ ਤੇ ਮੈਂ ਧਰਮਖੰਡ ਤੋਂ ਸੱਚਖੰਡ ਪਿਛਲੇ ਖੰਡ ਜੋ ਹਨ ਉਹਨਾਂ ਨੂੰ ਸੰਖੇਪ ਵਿੱਚ ਆਪ ਜੀ ਨਾਲ ਸ਼ੇਅਰ ਕਰਨ ਦਾ ਯਤਨ ਕਰਾਂਗਾ। ਮੈਂ ਇੱਕ ਤਸਵੀਰ ਜੋ ਹੈ ਆਪ ਜੀ ਨਾਲ ਸ਼ੇਅਰ ਕਰ ਰਿਹਾ ਹਾਂ, ਇਹਨੂੰ ਸਮਝਣ ਦਾ ਯਤਨ ਕਰਨਾ। ਇਸ ਨੂੰ ਮੈਂ ਨਾਮ ਦਿੱਤਾ ਹੈ ਧਰਮਖੰਡ ਤੋਂ ਸੱਚਖੰਡ ਤੱਕ ਦਾ ਸਫ਼ਰ। ਇੱਕ ਐਸੀ ਟਰੈਵਲ ਹੈ, ਜਰਨੀ ਹੈ ਜਿਹੜੀ ਅਸੀਂ ਲਗਾਤਾਰ ਹਰ ਵੇਲੇ ਕਰਦੇ ਰਹਿਣਾ ਹੈ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਜੋ ਮੈਂ ਮਾਈਲਸ ਡਿਵਾਈਡ ਕੀਤੇ ਹਨ ਅਲੱਗ-ਅਲੱਗ ਖੰਡ, ਇਸ ਨੂੰ ਇਹ ਨਹੀਂ ਸਮਝਣਾ ਕਿ ਪਹਿਲਾਂ ਇੱਕ ਖੰਡ ਖਤਮ ਕਰਕੇ ਫਿਰ ਦੂਜਾ ਸ਼ੁਰੂ ਕਰਨਾ ਹੈ। ਇਹ ਲਗਾਤਾਰ ਪ੍ਰੋਸੈਸ ਹੈ, ਇਹਨੂੰ ਮੈਂ ਅੱਗੇ ਹੋਰ ਸਮਝਾਉਣ ਦਾ ਯਤਨ ਕਰਾਂਗਾ। ਜਦੋਂ ਮੈਂ ਮਾਇਆ ਤੋਂ ਧਰਮ ਵੱਲ ਆਪਣਾ ਧਿਆਨ ਲੈ ਕੇ ਆਉਂਦਾ ਹਾਂ, ਝੂਠ ਤੋਂ ਸੱਚ ਵੱਲ ਸਫ਼ਰ ਸ਼ੁਰੂ ਕਰਦਾ ਹਾਂ, ਸੰਸਾਰ ਤੋਂ ਨਿਰੰਕਾਰ ਵੱਲ ਇਹ ਯਾਤਰਾ ਸ਼ੁਰੂ ਹੁੰਦੀ ਹੈ, ਤਾਂ ਇਸ ਨੂੰ ਮੈਂ ਧਰਮਖੰਡ ਦਾ ਨਾਂ ਦਿੱਤਾ ਹੈ। ਬਾਣੀ ਅੰਦਰ ਸਤਿਗੁਰੂ ਜੀ ਨੇ ਇਸ ਨੂੰ ਸਮਝਾਉਣਾ ਕੀਤਾ ਕਿ ਧਰਮਖੰਡ ਕਾ ਇਹੋ ਧਰਮ, ਬਈ ਜਿਹੜੀਆਂ ਉੱਪਰਲੀਆਂ ਪੰਕਤੀਆਂ ਹਨ ਇਸ ਪੌੜੀ ਦੇ ਅੰਦਰ, ਉਸ ਵਿੱਚ ਸਤਿਗੁਰੂ ਜੀ ਨੇ ਧਰਮਖੰਡ ਦੀ ਅਵਸਥਾ ਨੂੰ ਬਿਆਨ ਕੀਤਾ ਹੈ, ਸਾਨੂੰ ਸਮਝਾਉਣਾ ਕੀਤਾ ਹੈ। ਤਾਂ ਇਸ ਦੇ ਵਿੱਚ ਪ੍ਰੈਕਟੀਕਲ ਇਹਨੂੰ ਕਿਵੇਂ ਸਮਝਿਆ ਜਾਵੇ। ਜਦੋਂ ਮੈਂ ਪਾਠ ਕਰਦਾ ਹਾਂ, ਪਾਠ ਸੁਣਦਾ ਹਾਂ, ਪੜ੍ਹਦਾ ਹਾਂ, ਚਾਹੇ ਉਹ ਨਿਤਨੇਮ ਦਾ ਪਾਠ ਹੈ, ਚਾਹੇ ਉਹ ਸਹਿਜ ਪਾਠ ਹੈ, ਕੋਈ ਬਾਣੀ ਮੈਂ ਪੜ੍ਹਦਾ ਸੁਣਦਾ ਹਾਂ, ਸੇਵਾ ਕਰਦਾ ਹਾਂ ਕਿਸੇ ਕਿਸਮ ਦੀ, ਲੋੜਵੰਦਾਂ ਦੀ, ਗੁਰਦੁਆਰੇ ਜਾਂਦਾ ਹਾਂ, ਦਾਨ ਪੁੰਨ ਕਰਦਾ ਹਾਂ, ਤਾਂ ਇਸ ਨੂੰ ਧਰਮਖੰਡ ਦੀ ਅਵਸਥਾ ਦਾ ਨਾਂ ਦਿੱਤਾ ਜਾਂਦਾ ਹੈ। ਧਰਮ ਦੇ ਕਾਰਜਾਂ ਨੂੰ ਕਰਨਾ, ਇਹਦੇ ਵਿੱਚ ਕਰਮ ਕਾਂਡ ਸ਼ਾਮਲ ਨਹੀਂ ਹਨ, ਤੇ ਧਰਮ ਦੇ ਆਖਰੀ ਅਰਥਾਂ ਦੇ ਵਿੱਚ ਇਹਨੂੰ ਸਮਝਾਂਗੇ ਨਿਯਮ, ਮਰਿਆਦਾ, ਡਿਸਿਪਲਨ, ਸੌਫਟਵੇਅਰ,
ਪ੍ਰੋਗਰਾਮਿੰਗ। ਇਹਦੇ ਅੰਦਰ ਇੱਕ ਪ੍ਰੋਗਰਾਮਿੰਗ ਕੀਤੀ ਗਈ ਹੈ ਜਿਹੜੀ ਡਾਊਨਲੋਡ ਕਰਕੇ ਸਮਝ ਆਵੇਗੀ। ਤਾਂ ਇਹ ਸਾਰੇ ਕਾਰਜ ਨੂੰ ਅਸੀਂ ਜੋ ਹੈ ਧਰਮ ਖੰਡ ਦਾ ਨਾਂ ਦਿੰਦੇ ਹਾਂ। ਇਸ ਨੂੰ ਅੱਗੇ ਜਾ ਕੇ ਸਮਝਾਂਗੇ ਵੀ ਕਿਸ ਢੰਗ ਦੇ ਨਾਲ ਗਿਆਨ ਖੰਡ ਵਾਲੀ ਜਿਹੜੀ ਅਵਸਥਾ ਹੁੰਦੀ ਹੈ ਉਸ ਨੂੰ ਕੀ ਆਖਦੇ ਹਾਂ। ਗਿਆਨ ਖੰਡ ਇਹ ਅਗਲਾ ਕਦਮ ਹੈ। ਇਹਦੇ ਅੰਦਰ ਅਸੀਂ ਅਰਥ ਬੋਧ, ਬਾਣੀ ਦਾ ਉਚਾਰਨ, ਸ਼ੁੱਧ ਉਚਾਰਨ, ਭਾਵ ਅਰਥ ਅਤੇ ਫਿਲਾਸਫੀ ਨੂੰ ਜਾਣਨ ਦਾ ਯਤਨ ਕਰਦੇ ਹਾਂ। The word meaning, the detailed meaning and the philosophy। ਜਿਹੜਾ ਪਾਠ ਅਸੀਂ ਪੜ੍ਹ ਰਹੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਚਾਹੇ ਉਹ ਕੀਰਤਨ ਦੇ ਰਾਹੀਂ ਹੈ, ਚਾਹੇ ਪੋਥੀ ਦੇ ਰਾਹੀਂ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਸੀਂ ਸਹਿਜ ਪਾਠ ਕਰਦੇ ਹਾਂ, ਉਸ ਪਾਠ ਨੂੰ ਉਹਦੇ ਜੋ ਵਰਡ ਮੀਨਿੰਗ ਨੇ, ਅੱਖਰੀ ਅਰਥ ਹਨ, ਪਹਿਲਾਂ ਉਹ ਸਮਝਦੇ ਹਾਂ, ਫਿਰ ਉਸਦੇ ਭਾਵ ਡਿਟੇਲ ਮੀਨਿੰਗ ਸਮਝਦੇ ਹਨ, ਤੇ ਫਿਰ ਉਹਦੀ ਫਿਲਾਸਫੀ ਭਾਵ ਉਸ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਜੋ ਸਮਝਾਉਣਾ ਚਾਹੁੰਦੇ ਨੇ, ਜੋ ਦੱਸਣਾ ਚਾਹੁੰਦੇ ਨੇ, ਉਸ ਵਿਚਾਰ, ਉਸ ਫਿਲਾਸਫੀ ਨੂੰ ਸਮਝਣਾ ਹੈ। ਇਹ ਸਾਰੀਆਂ ਗੱਲਾਂ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਅਸੀਂ ਪ੍ਰਾਪਤ ਕਰਨੀਆਂ ਹੁੰਦੀਆਂ ਨੇ। ਐਸਾ ਨਾ ਹੋਵੇ ਵੀ ਅਸੀਂ ਨਿਤਨੇਮ 20 ਸਾਲ ਕਰਦੇ ਰਹੀਏ ਪਰ ਉਹਦਾ ਗਿਆਨ ਬੋਧ ਨਾ ਹੋਵੇ, ਅਰਥ ਬੋਧ ਨਾ ਹੋਵੇ, ਸਾਨੂੰ ਉਹ ਬਾਣੀ ਸਮਝ ਨਹੀਂ ਆ ਰਹੀ, ਤਾਂ ਸਤਿਗੁਰੂ ਸਮਝਾਉਣਾ ਕਰਦੇ ਨੇ ਵੀ ਉਹ ਪੜਿਆ ਤੁਹਾਡਾ ਉਹਦੀ ਆਊਟਪੁੱਟ ਜੋ ਹੈ, ਉਹਦਾ ਰਿਜ਼ਲਟ ਜੋ ਹੈ ਪੂਰਾ ਨਹੀਂ ਮਿਲੇਗਾ। ਬਾਣੀ ਨੂੰ ਬੁੱਝਣਾ ਹੈ, ਸਮਝਣਾ ਹੈ, ਇਹ ਸਾਰਾ ਕੁਝ ਗਿਆਨ ਖੰਡ ਦੀ ਅਵਸਥਾ ਦੇ ਅੰਦਰ ਆਉਂਦਾ ਹੈ। ਸਤਿਗੁਰੂ ਅਵੇਅਰ ਕਰਦੇ ਹਨ ਕਿ ਬਾਣੀ ਪੜ੍ਹਨਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਉਹਨੂੰ ਸਮਝਣਾ ਜ਼ਰੂਰੀ ਹੈ। ਇਹ ਦੋ ਪੱਖ ਨਾਲ ਨਾਲ ਚੱਲਦੇ ਹਨ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸਮਝਾਉਣਾ ਕਰਦੇ ਹਨ। ਪਾਠ ਪੜ੍ਹੈ ਨਾ ਬੁੱਝਈ, ਭੇਖੀ ਭਰਮ ਭੁਲਾਏ। ਪਾਠ ਪੜ੍ਹ ਕੇ, ਬਾਣੀ ਪੜ੍ਹ ਕੇ ਜੇ ਮੈਂ ਉਹਨੂੰ ਸਮਝਦਾ ਨਹੀਂ, ਜੇ ਮੈਂ ਉਸ ਨੂੰ ਬੁੱਝਦਾ ਨਹੀਂ, ਤਾਂ ਉਸ ਨੂੰ ਸਤਿਗੁਰੂ ਜੀ ਕਹਿੰਦੇ ਹਨ ਉਹ ਮੇਰਾ ਕਰਮ ਭੇਖ ਬਣ ਜਾਵੇਗਾ, ਦਿਖਾਵਾ ਬਣ ਜਾਵੇਗਾ, ਤੇ ਅਸੀਂ ਉਸ ਤੋਂ ਬਚਣਾ ਹੈ। ਇਸ ਲਈ ਗਿਆਨ ਖੰਡ ਦੀ ਅਵਸਥਾ ਦੇ ਅੰਦਰ ਜੋ ਹੈ ਇਹ ਗਿਆਨ ਬਹੁਤ ਤਾਕਤਵਰ ਹੁੰਦਾ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਇਹਦੇ ਗਿਆਨ ਖੰਡ ਵਾਲੀ ਅਵਸਥਾ ਦੇ ਅੰਦਰ ਮਨੁੱਖ ਦੇ ਅੰਦਰ ਇੱਕ ਪ੍ਰਚੰਡ ਭਾਂਬੜ ਹਨੇਰੀ ਜੋ ਹੈ ਉਹ ਗਿਆਨ ਦੀ ਆਉਂਦੀ ਹੈ, ਤੇ ਉਸ ਨੂੰ ਸੰਭਾਲਣ ਵਾਸਤੇ, ਉਸ ਨੂੰ ਕੰਟਰੋਲ ਕਰਨ ਵਾਸਤੇ ਸਤਿਗੁਰੂ ਜੀ ਅੱਗੇ ਸਮਝਾਉਣਾ ਕਰਦੇ ਹਨ। ਤੀਸਰਾ ਖੰਡ ਹੈ ਸ਼ਰਮ ਖੰਡ, ਮਿਹਨਤ ਵਾਲੀ ਅਵਸਥਾ। ਖੰਡ ਦੇ ਅਖਰੀ ਟੁਕੜਾ ਵੀ ਹੁੰਦੇ ਹਨ, ਅਵਸਥਾ ਵੀ ਹੈ। ਤਾਂ ਇਹਦੇ ਵਿੱਚ ਸ਼ਰਮ ਖੰਡ ਦੇ ਅੰਦਰ ਮਿਹਨਤ ਵਾਲੀ ਅਵਸਥਾ ਦੇ ਅੰਦਰ ਐਫਰਟਸ ਕਰਨਾ ਹੈ, ਉਦਮ ਕਰਨਾ ਹੈ, ਪ੍ਰੈਕਟੀਕਲ ਕਰਨਾ ਹੈ। ਤੇ ਇਸ ਜੋ ਗਿਆਨ, ਅਰਥ ਬੋਧ ਅਸੀਂ ਗੁਰਬਾਣੀ ਰਾਹੀਂ, ਗੁਰੂ ਦੀ ਮੱਤ ਰਾਹੀਂ ਹਾਸਲ ਕੀਤਾ ਹੈ, ਉਸ ਗਿਆਨ ਦੇ ਰਾਹੀਂ ਅਸੀਂ ਆਪਣੇ ਮਨ ਮਤ ਦੀ ਘਾੜਤ ਕਰਨੀ ਹੈ, ਸ਼ੇਪ ਬਣਾਉਣੀ ਹੈ, ਤਾਂ ਜੋ ਇਹ ਮਨ ਸੋਹਣਾ ਤੇ ਸੁੰਦਰ ਬਣ ਸਕੇ। ਤਾਂ ਇਸ ਤਰ੍ਹਾਂ ਅਸੀਂ ਇੱਕ ਦੁਨਿਆਵੀ ਐਗਜ਼ਾਮਪਲ ਲੈਂਦੇ ਹਾਂ। ਇੱਕ ਕਾਰਪੈਂਟਰ ਹੈ, ਤਰਖਾਣ ਹੈ, ਲੋਹਾਰ ਹੈ, ਕੋਈ ਵੀ ਕਾਰੀਗਰ ਹੋਵੇ, ਤਾਂ ਉਹ ਕਾਰਪੈਂਟਰ ਜੋ ਹੈ ਇੱਕ ਆਮ ਜਿਹੀ ਪੇੜ ਦੀ ਲੱਕੜ ਨੂੰ ਲੈ ਕੇ ਉਸ ਨੂੰ ਤਰਾਸ਼ਦਾ ਹੈ, ਉਹਦੀ ਸ਼ੇਪ ਬਣਾਉਂਦਾ ਹੈ, ਉਹਦੇ ਉੱਪਰ ਉਦਮ ਕਰਦਾ ਹੈ, ਮਿਹਨਤ ਕਰਦਾ ਹੈ। ਜੋ ਗਿਆਨ ਉਹਨੇ ਪ੍ਰਾਪਤ ਕੀਤਾ ਹੈ, ਜੋ ਟ੍ਰੇਨਿੰਗ ਉਹਨੇ ਲਈ ਹੈ, ਉਸ ਗਿਆਨ, ਉਸ ਟੈਕਨੀਕ ਦੇ ਰਾਹੀਂ ਇੱਕ ਆਮ ਜਿਹੀ ਲੱਕੜ ਨੂੰ
ਸ਼ੇਪ ਦੇ ਕੇ ਉਹਦੀ ਘਾੜਤ ਕਰਦਾ ਹੈ ਤੇ ਇੱਕ ਬਹੁਤ ਹੀ ਖੂਬਸੂਰਤ ਵਸਤੂ ਤਿਆਰ ਕਰ ਦਿੰਦਾ ਹੈ। ਚਾਹੇ ਉਹ ਕੁਰਸੀ ਦੀ ਸ਼ੇਪ ਹੋਵੇ, ਚਾਹੇ ਉਹ ਟੇਬਲ ਦੀ ਸ਼ੇਪ ਹੋਵੇ, ਚਾਹੇ ਅਲਮਾਰੀ ਦੀ ਕਲੋਜ਼ਟ ਦੀ ਸ਼ੇਪ ਹੋਵੇ, ਲੱਕੜ ਦੀਆਂ ਕਈ ਕਮਾਲ ਦੀਆਂ ਮੂਰਤੀਆਂ ਦੀ ਘਾੜਤ ਕਰਦਾ ਹੈ। ਤੇ ਇਹ ਸਾਰਾ ਕਿਵੇਂ ਹੋਇਆ? ਉਸਨੇ ਆਪਣੇ ਗਿਆਨ ਨੂੰ ਉਸ ਮਿਹਨਤ ਦੇ ਰਾਹੀਂ, ਉਦਮ ਦੇ ਰਾਹੀਂ ਉਹ ਜੋ ਹੈ ਇੱਕ ਸੋਹਣੀ ਸ਼ੇਪ ਘੜੀ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਬਾਣੀ ਅੰਦਰੋਂ ਪੜ੍ਹਨ ਸੁਣਨ ਤੋਂ ਬਾਅਦ ਉਹਦਾ ਅਰਥ ਬੋਧ, ਉਹਦੇ ਮੀਨਿੰਗਸ ਹਾਸਲ ਕਰਨੇ ਹਨ ਤੇ ਉਸ ਨੂੰ ਮਿਹਨਤ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ। ਤਾਂ ਇਹ ਸਾਰੀਆਂ ਗੱਲਾਂ ਜੋ ਹਨ ਉਹ ਸ਼ਰਮ ਖੰਡ, ਮਿਹਨਤ ਵਾਲੀ ਅਵਸਥਾ ਦੇ ਅੰਦਰ ਆਉਂਦੀਆਂ ਹਨ। ਚੌਥਾ ਪੜਾਅ ਹੈ ਕਰਮ ਖੰਡ, ਗ੍ਰੇਸ, ਬਖਸ਼ਿਸ਼, ਪਾਵਰ, ਤਾਕਤ, ਬਲ, ਰਹਿਮਤ ਤੇ ਇਹ ਪ੍ਰੈਕਟੀਕਲ ਭਾਵ। ਕਰਮ ਖੰਡ ਇਸ ਬਖਸ਼ਿਸ਼ ਵਾਲੀ ਅਵਸਥਾ ਦੇ ਵਿੱਚ ਸਤਿਗੁਰੂ ਆਖਦੇ ਨੇ ਬਹੁਤ ਬਲ ਹੁੰਦਾ ਹੈ ਕਰਮ ਦੇ ਅੰਦਰ। ਉਸ ਪਰਮੇਸ਼ਰ ਦੀ ਬਹੁਤ ਜੋ ਬਖਸ਼ਿਸ਼ ਹੈ ਉਹ ਬਹੁਤ ਤਾਕਤਵਰ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਸਤਿਗੁਰੂ ਇਹ ਗੱਲ ਸਮਝਾਉਣਾ ਕਰਦੇ ਹਨ। ਤਾਂ ਇਸ ਤਰ੍ਹਾਂ ਦੇ ਨਾਲ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾ ਬਲ ਸੂਰ, ਤਿਨ ਮੈਂ ਰਾਮ ਰਇਆ ਭਰਪੂਰ। ਕਰਮ ਖੰਡ ਵਾਲੀ ਬਖਸ਼ਿਸ਼ ਵਾਲੀ ਅਵਸਥਾ ਦੀ ਜੋ ਬਨਾਵਟ ਹੈ ਉਹ ਜ਼ੋਰ ਹੈ, ਤਾਕਤ ਹੈ, ਬਲ ਹੈ ਤੇ ਉਸ ਥਾਂ ਤੇ ਹੋਰ ਕੋਈ ਬਲ, ਦੁਨਿਆਵੀ ਬਲ ਕੰਮ ਨਹੀਂ ਆਉਂਦਾ ਹੈ। ਤੇ ਇਸ ਅਵਸਥਾ ਦੇ ਵਿੱਚ ਜੋਧੇ ਮਹਾਬਲੀ ਸੂਰ ਨੇ ਆਪਣੇ ਉਦਮ ਦੇ ਰਾਹੀਂ, ਪਰਮੇਸ਼ਰ ਦੀ ਬਖਸ਼ਿਸ਼ ਦੇ ਰਾਹੀਂ ਉਸ ਪਰਮੇਸ਼ਰ ਨਾਲ ਜੁੜੇ ਰਹਿੰਦੇ ਹਨ, ਉਹਨਾਂ ਨਾਲ ਇੱਕ ਰਹਿੰਦੇ ਹਨ। ਉਹਨਾਂ ਦੇ ਮਨ, ਉਹਨਾਂ ਦੇ ਜੀਵਨ ਦੇ ਅੰਦਰ ਉਹ ਰਾਮ ਰਮਿਆ ਹੋਇਆ ਪਰਮੇਸ਼ਰ ਜੋ ਹੈ, ਜੋ ਜਨਮ ਨਹੀਂ ਲੈਂਦਾ, ਮਰਦਾ ਨਹੀਂ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਉਸ ਮਨ ਬੁੱਧ ਅੰਦਰ ਸਮਾਇਆ ਰਹਿੰਦਾ ਹੈ, ਭਰਪੂਰ ਹੈ, ਜਿਸ ਨੂੰ ਅਸੀਂ ਆਮ ਬੋਲੀ ਵਿੱਚ ਆਖਦੇ ਹਾਂ ਨੱਕੋ ਨੱਕ ਭਰਿਆ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਤਾਂ ਇਹ ਮਨ ਜੋ ਹੈ, ਮਤ ਜੋ ਹੈ ਉਸ ਪਰਮੇਸ਼ਰ ਦੇ ਨਾਲ ਜੁੜੀ ਰਹਿੰਦੀ ਹੈ। ਜਿਵੇਂ ਸਿਲਾਈ ਦੇ ਅੰਦਰ ਇੱਕ ਧਾਗਾ ਉੱਪਰੋਂ ਹੈ, ਇੱਕ ਜੋ ਹੈ ਉਹ ਇੱਕ ਧਾਗਾ ਉੱਪਰ ਹੁੰਦਾ ਹੈ ਸਿਲਾਈ ਦੇ ਅੰਦਰ, ਇੱਕ ਹੇਠਾਂ ਹੁੰਦਾ ਹੈ। ਤਾਂ ਇਹ ਦੋਨੋਂ ਧਾਗੇ ਜੋ ਹਨ ਇੱਕਮਿਕ ਹੋ ਕੇ ਇੱਕ ਸੁਰ ਹੋ ਜਾਂਦੇ ਹਨ ਤੇ ਸਿਲਾਈ ਤੋਂ ਬਾਅਦ ਤੁਸੀਂ ਪਛਾਣ ਨਹੀਂ ਸਕਦੇ ਕਿ ਉਹ ਕਿਹੜਾ ਧਾਗਾ ਉੱਪਰ ਵਾਲਾ ਸੀ, ਕਿਹੜਾ ਥੱਲੇ ਵਾਲਾ ਸੀ। ਤਾਂ ਕਿ ਰੂਪ ਨਾ ਕਥਨੇ ਜਾਹੇ। ਇਸ ਕਰਮ ਖੰਡ ਬਖਸ਼ਿਸ਼ ਵਾਲੀ ਅਵਸਥਾ ਦੇ ਅੰਦਰ ਉਸ ਦੀ ਜਿਹੜੀ ਐਕਸਪਲੇਨੇਸ਼ਨ ਹੈ, ਉਸ ਦੀ ਬਨਾਵਟ ਹੈ, ਉਹ ਬਹੁਤ ਸੋਹਣੀ ਬਣਦੀ ਹੈ, ਪਰ ਉਹ ਸ਼ਬਦਾਂ ਵਿੱਚ ਕਹੀ ਨਹੀਂ ਜਾ ਸਕਦੀ ਹੈ। ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਬਸੈ ਮਨ ਮਾਹੇ। ਤਾਂ ਉਹ ਜੋ ਹੈ ਨਾ ਮਰਦੇ ਹਨ, ਨਾ ਉਸ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਉਹ ਰਾਮ ਜੋ ਜਨਮ ਨਹੀਂ ਲੈਂਦਾ, ਮਰਦਾ ਨਹੀਂ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਹਰ ਥਾਂ ਰਮਿਆ ਹੋਇਆ ਹੈ, ਉਹ ਰਾਮ ਬਸਦਾ ਹੈ। ਇਸ ਅਵਸਥਾ ਅੰਦਰ ਬਹੁਤ ਸਾਰੇ ਭਗਤ ਆਪਣਾ ਜੀਵਨ ਗੁਜ਼ਾਰਦੇ ਹਨ ਤੇ ਹਰ ਵੇਲੇ ਉਹ ਉਸ ਮਨ ਦੇ ਰਾਹੀਂ ਖੇੜੇ ਵਿੱਚ ਰਹਿੰਦੇ ਹਨ। ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਇਸ ਅਵਸਥਾ ਦੇ ਅੰਦਰ ਜਿਹੜੀ ਕਰਮ ਖੰਡ ਵਾਲੀ ਹੈ, ਜੋ ਬਖਸ਼ਿਸ਼ ਹੈ ਉਸ ਪਰਮੇਸ਼ਰ ਦੀ, ਜਦੋਂ ਮੈਂ ਧਰਮ ਖੰਡ ਵਿੱਚ ਹਾਂ ਤਾਂ ਉਸ ਵੇਲੇ ਵੀ ਉਸ ਪਰਮੇਸ਼ਰ ਦੀ ਬਖਸ਼ਿਸ਼ ਮੇਰੇ ਨਾਲ ਹੈ। ਜਦੋਂ ਮੈਂ ਗਿਆਨ ਖੰਡ ਵਾਲੀ ਅਵਸਥਾ ਵਿੱਚ ਜਾਂਦਾ ਹਾਂ
ਗਿਆਨ ਬੋਧ ਲੈਂਦਾ ਹਾਂ, ਉਸ ਵੇਲੇ ਵੀ ਇਹ ਬਖਸ਼ਿਸ਼ ਵਾਲੀ ਅਵਸਥਾ ਜੋ ਹੈ ਮੇਰੇ ਨਾਲ ਹੈ। ਉਸ ਤੋਂ ਬਾਅਦ ਮਿਹਨਤ ਵਾਲੀ ਅਵਸਥਾ ਵਿੱਚ ਸਤਿਗੁਰੂ ਦੀ ਬਖਸ਼ਿਸ਼ ਹੈ, ਪਰਮੇਸ਼ਰ ਦੀ ਦਇਆਲਤਾ ਹੈ, ਉਹ ਮੇਰੇ ਨਾਲ ਹੈ। ਤੇ ਇਸ ਕਰਮ ਖੰਡ ਜੋ ਹੈ ਉਹਦੀ ਬਖਸ਼ਿਸ਼ ਜੋ ਹੈ ਹਰ ਵੇਲੇ ਮੇਰੇ ਨਾਲ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਜੀ ਅੱਗੇ ਅਗਲੀ ਲਾਸਟ ਖੰਡ ਦੇ ਅੰਦਰ ਜਿਸ ਨੂੰ ਸੱਚਖੰਡ ਆਖਿਆ ਗਿਆ ਹੈ, ਉਸ ਬਾਰੇ ਸਤਿਗੁਰੂ ਜੀ ਸਮਝਾਉਣਾ ਕਰ ਰਹੇ ਹਨ। ਸੱਚਖੰਡ ਵਸੈ ਨਿਰੰਕਾਰ, ਨਿਰਆਕਾਰ, ਜਿਹਦਾ ਆਕਾਰ ਨਹੀਂ, ਕੋਈ ਸ਼ਕਲ ਨਹੀਂ, ਕੋਈ ਫੋਟੋ ਨਹੀਂ, ਕੋਈ ਤਸਵੀਰ ਨਹੀਂ ਹੈ, ਉਹ ਇਸ ਅਵਸਥਾ ਵਿੱਚ ਮੌਜੂਦ ਹੈ। ਭਾਵ ਪਰਮੇਸ਼ਰ ਆਪ ਸੱਚ ਹੈ, ਉਹਦਾ ਬਣਾਇਆ ਸਾਰਾ ਕੁਝ ਸੱਚ ਹੈ, ਤੇ ਉਸ ਬਣਾਈ ਹੋਈ ਹਰ ਚੀਜ਼ ਦੇ ਵਿੱਚ ਆਪ ਵਸਦਾ ਹੈ। ਸਤਿਗੁਰੂ ਜੀ ਅੱਗੇ ਸਮਝਾਉਣਾ ਕਰ ਰਹੇ ਹਨ, ਕਰ ਕਰ ਵੇਖੈ ਨਦਰ ਨਿਹਾਲ। ਵੇਖਣ ਤੋਂ ਭਾਵ ਹੈ ਸੰਭਾਲ ਕਰਦਾ ਹੈ, ਟੇਕ ਕੇਅਰ ਕਰਦਾ ਹੈ। ਨਦਰ ਨਿਹਾਲ, ਆਪਣੀ ਨਜ਼ਰ ਦੇ ਅੰਦਰ, ਆਪਣੀ ਬਖਸ਼ਿਸ਼ ਦੇ ਅੰਦਰ ਉਹ ਬਣਾਉਂਦਾ ਹੈ, ਕਰਦਾ ਹੈ, ਕ੍ਰੀਏਟ ਕਰਦਾ ਹੈ, ਤੇ ਉਹਦੀ ਟੇਕ ਕੇਅਰ ਕਰਦਾ ਹੈ, ਸੰਭਾਲ ਕਰਦਾ ਹੈ। ਇਹ ਉਸ ਪਰਮੇਸ਼ਰ ਦਾ ਗੁਣ ਹੈ। ਤੇ ਇਸ ਅਵਸਥਾ ਦੇ ਅੰਦਰ ਜਦੋਂ ਮਨੁੱਖ ਪਹੁੰਚਦਾ ਹੈ, ਇਹ ਮਨ, ਇਹ ਜੀਵ ਆਤਮਾ ਪਹੁੰਚਦੀ ਹੈ, ਤਾਂ ਉਹ ਉਸ ਨਾਲ ਇਕਮਿਕਤਾ ਔਰ ਇੱਕ ਸੁਰਤਾ ਦੀ ਨਿਸ਼ਾਨੀ ਹੈ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੀ ਅਵਸਥਾ ਹੈ। ਉਹ ਜਿਉਂਦੇ ਜੀ ਉਸ ਪਰਮੇਸ਼ਰ ਨਾਲ ਜੁੜ ਜਾਂਦਾ ਹੈ, ਉਹਦੇ ਵਰਗੇ ਹੀ ਕਰਤੱਵ ਕਰਦਾ ਹੈ। ਤੇ ਇਸ ਅਵਸਥਾ ਵਿੱਚ ਮਨੁੱਖ ਨੂੰ ਸਮਝ ਆਉਂਦੀ ਹੈ ਕਿ ਪਿੱਥੈ ਖੰਡ ਮੰਡਲ ਵਰ ਪੰਡ, ਉਸ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ, ਉਸ ਪਰਮੇਸ਼ਰ ਦੇ ਬਣਾਏ ਹੋਏ ਖੰਡ, ਬ੍ਰਹਿਮੰਡ, ਸਪੇਸ, ਗਲੈਕਸੀਜ਼, ਪਲੈਨਟ ਜਿਹੜੇ ਹਨ, ਉਹ ਉਸ ਨੂੰ ਨਜ਼ਰ ਆਉਂਦੇ ਹਨ। ਉਹਦੀ ਸਮਝ ਪੈਂਦੀ ਹੈ ਕਿ ਇਹ ਸਾਰੇ ਉਸ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਰਹੇ ਹਨ। ਜੇਕੋ ਕਥਾ ਤਾਂ ਅੰਤ ਨਾ ਅੰਤ, ਤਾਂ ਇਹ ਅਵਸਥਾ ਨੂੰ ਜੇ ਕੋਈ ਬਿਆਨ ਕਰਨ ਦਾ ਯਤਨ ਕਰੇ ਤਾਂ ਉਸ ਦੇ ਵਿੱਚ ਉਸ ਨੂੰ ਕਿਸੇ ਸ਼ਬਦਾਂ ਵਿੱਚ ਬੰਨ ਨਹੀਂ ਸਕਦਾ ਹੈ। ਤਾਂ ਸ਼ਬਦਾਂ ਦੇ ਰਾਹੀਂ, ਅੱਖਰਾਂ ਦੇ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ ਐਕਸਪਲੇਨ ਨਹੀਂ ਕਰ ਸਕਦਾ ਹੈ, ਕਥਨ ਨਹੀਂ ਕਰ ਸਕਦਾ ਹੈ, ਮੇਜਰਮੈਂਟ ਨਹੀਂ ਕਰ ਸਕਦਾ ਹੈ। ਉਸ ਦਾ ਪਾਰਲਾ ਬੰਨਾ, ਦਾ ਅਦਰ ਸਾਈਡ, ਉਹਨੂੰ ਜਾਣ ਨਹੀਂ ਸਕਦਾ ਹੈ। ਤਿੱਥੈ ਲੋ ਲੋ ਆਕਾਰ, ਤਾਂ ਉਹ ਮਨੁੱਖ ਉਸ ਵੇਲੇ ਰਿਅਲਾਈਜ਼ ਕਰਦਾ ਹੈ ਕਿ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਦੇ ਅੰਦਰ ਬਹੁਤ ਸਾਰੇ ਲੋਕ ਕਈ ਆਕਾਰਾਂ ਦੇ ਭਵਨ ਮੌਜੂਦ ਹਨ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਹੁਕਮ ਤੋਂ ਭਾਵ ਹੈ ਨਿਯਮ, ਉਹਦੀ ਪ੍ਰੋਗਰਾਮਿੰਗ, ਉਹਦਾ ਸੌਫਟਵੇਅਰ। ਜੋ ਕੁਝ ਉਹ ਬਣਾਉਂਦਾ ਹੈ ਉਹਨੂੰ ਇੱਕ ਨਿਯਮ ਦੇ ਵਿੱਚ ਬਣਾਉਂਦਾ ਹੈ, ਇੱਕ ਮਰਿਆਦਾ, ਇੱਕ ਸੌਫਟਵੇਅਰ, ਇੱਕ ਪ੍ਰੋਗਰਾਮਿੰਗ ਦੇ ਵਿੱਚ ਬਣਾਉਂਦਾ ਹੈ, ਢੰਗ ਤਰੀਕੇ ਨਾਲ ਬਣਾਉਂਦਾ ਹੈ, ਤੇ ਉਹਦੀ ਸੰਭਾਲ ਕਰਦਾ ਹੈ। ਵੇਖੈ ਵਿਗਸੈ ਕਰ ਵਿਚਾਰ, ਤੇ ਉਹ ਸਾਰਾ ਕੁਝ ਕਰ ਕਰਕੇ, ਬਣਾ ਕੇ ਉਹਦੀ ਸੰਭਾਲ ਕਰਦਾ ਹੈ, ਵੇਖਦਾ ਹੈ, ਟੇਕ ਕੇਅਰ ਕਰਦਾ ਹੈ। ਤੇ ਇਹ ਸਾਰਾ ਕੁਝ ਕਰਦਿਆਂ ਉਹ ਖੇੜੇ ਵਿੱਚ ਹੈ, ਮੌਜ ਵਿੱਚ ਹੈ, ਮੱਥੇ ਤੇ ਚੋੜੀ ਨਹੀਂ ਪਾਉਂਦਾ। ਆਮ ਕਰਕੇ ਅਸੀਂ ਮਨੁੱਖ ਜੀਵਨ ਦੇ ਅੰਦਰ ਕਦੇ ਦੁਖੀ ਹੋ ਜਾਂਦੇ ਹਾਂ, ਕਦੇ ਪਰੇਸ਼ਾਨ ਹੋ ਜਾਂਦੇ ਹਾਂ, ਪਰ ਉਹ ਪਰਮੇਸ਼ਰ ਹਮੇਸ਼ਾ ਇਹ ਕਾਰਜ ਕਰਦਾ, ਸੰਭਾਲ ਕਰਦਾ ਹੋਇਆ ਖੇੜੇ ਵਿੱਚ ਰਹਿੰਦਾ ਹੈ, ਆਨੰਦ ਵਿੱਚ ਰਹਿੰਦਾ ਹੈ। ਫਾਰ ਐਗਜ਼ਾਮਪਲ, ਅਸੀਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਸਾਡੇ ਘਰ ਕੋਈ ਮਹਿਮਾਨ ਗੈਸਟ ਆ ਜਾਂਦਾ ਹੈ, ਅਸੀਂ ਕੁਝ ਦਿਨ ਉਹਦੀ ਸੇਵਾ ਕਰਦੇ ਹਾਂ, ਪਰ ਕੁਝ ਦਿਨਾਂ ਬਾਅਦ ਅਸੀਂ ਸੋਚਣ ਲੱਗ ਜਾਂਦੇ ਹਾਂ, ਇਹ ਜੋ ਮਹਿਮਾਨ ਗੈਸਟ ਆਇਆ ਹੈ, ਇਹ ਕਦੋਂ ਵਾਪਸ ਜਾਵੇਗਾ। ਅਸੀਂ ਦੁਖੀ ਵੀ ਹੋ ਸਕਦੇ ਹਾਂ, ਸਾਡੇ ਮੱਥੇ ਤੇ ਗੁੱਸੇ ਦੀਆਂ ਤਿਉੜੀਆਂ ਵੀ ਪੈ ਜਾਂਦੀਆਂ ਹਨ, ਤਾਂ ਅਸੀਂ ਉਹ ਜਿਹੜਾ ਸੰਭਾਲ ਕਰਨ ਵਾਲਾ ਗੁਣ ਹੈ ਉਹ ਛੱਡ ਦਿੰਦੇ ਹਾਂ। ਪਰ ਉਹ ਪਰਮੇਸ਼ਰ ਥੱਕਦਾ ਨਹੀਂ ਹੈ, ਉਹ ਹਮੇਸ਼ਾ
खेड़े विच है। नानक कथना करड़ा सार। इत्थे सतगुरु जी समझावना कर रहे हैं। नानक जी आखते ने ये जो प्रोसेस है, ये जो ढंग है, ये जो तरतीब है धर्म खंड तो सचखंड तक पहुंचण दी, ये रता औखी जरूर है, मुश्किल जरूर है, पर ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਥਨਾ ਕਰੜਾ ਸਾਰ, ਇਹਨੂੰ ਪਛਾਣਿਆ ਜਾ ਸਕਦਾ ਹੈ, ਇਹਨੂੰ ਰਿਅਲਾਈਜ਼ ਕੀਤਾ ਜਾ ਸਕਦਾ ਹੈ। ਦੁਨੀਆ ਦਾ ਕੋਈ ਕੰਮ ਉਦੋਂ ਤੱਕ ਮੁਸ਼ਕਲ ਹੈ, ਔਖਾ ਹੈ, ਜਦੋਂ ਤੱਕ ਅਸੀਂ ਉਸ ਨੂੰ ਕਰਨਾ ਸ਼ੁਰੂ ਨਹੀਂ ਕਰਦੇ, ਤਾਂ ਔਖਾ ਲੱਗਦਾ ਹੈ। ਪਰ ਜੇ ਇੱਕ ਵਾਰੀ ਕੰਮ ਸ਼ੁਰੂ ਕਰ ਦਈਏ, ਹੌਲੇ ਹੌਲੇ ਸਹਿਜੇ ਸਹਿਜੇ ਅਭਿਆਸ ਹੋ ਜਾਂਦਾ ਹੈ ਤੇ ਉਹ ਸੁਖਾਲਾ ਹੋ ਜਾਂਦਾ ਹੈ। ਮੈਂ ਇੱਕ ਐਗਜ਼ਾਮਪਲ ਆਪ ਜੀ ਨਾਲ ਸ਼ੇਅਰ ਕਰਦਾ ਹਾਂ। ਤੁਸੀਂ ਸਾਰੇ ਸਿਆਣੇ ਕਾਰ ਡਰਾਈਵ ਕਰਦੇ ਹੋਵੋਗੇ ਤਾਂ ਯਾਦ ਕਰੋ, ਉਹ ਪਹਿਲੇ ਦਿਨ ਜਦੋਂ ਅਸੀਂ ਕਾਰ ਸਿੱਖਣੀ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਕਿੰਨਾ ਔਖਾ ਲੱਗਦਾ ਸੀ। ਕਦੇ ਸਟੀਅਰਿੰਗ ਵੱਲ ਧਿਆਨ ਹੈ, ਕਦੇ ਐਕਸਲੇਟਰ ਵੱਲ ਧਿਆਨ ਹੈ, ਕਦੇ ਸਾਹਮਣੇ ਨਜ਼ਰ ਰੱਖਣੀ ਹੈ, ਖੱਬੇ ਸੱਜੇ ਵੀ ਦੇਖਣਾ ਹੁੰਦਾ ਸੀ। ਤਾਂ ਇੱਕ ਟੈਨਸ਼ਨ ਜਿਹੀ, ਪਰੇਸ਼ਾਨੀ ਜਿਹੀ ਬਣੀ ਰਹਿੰਦੀ ਸੀ। ਪਰ ਜਿਉਂ-ਜਿਉਂ ਅਭਿਆਸ ਕੀਤਾ, ਅੱਜ ਅਸੀਂ 100 ਆਫ ਮਾਈਲ ਡਰਾਈਵ ਕਰ ਲੈਂਦੇ ਹਾਂ, ਪਰ ਪਤਾ ਹੀ ਨਹੀਂ ਲੱਗਦਾ ਹੈ ਸਮੇਂ ਦਾ। Everything in the world, it is hard and tough and the rough until we don't start that action. You start the action, you will make habitual for that, and slow it will very smoothly going on. ਤਾਂ ਸ਼ੁਰੂਆਤ ਔਖੀ ਹੁੰਦੀ ਹੈ। ਸਤਿਗੁਰੂ ਜੀ ਬਾਣੀ ਦੇ ਅੰਦਰ ਇਹਨਾਂ ਖਿਆਲਾਂ ਨੂੰ ਇਉਂ ਸਮਝਾਉਣਾ ਕਰਦੇ ਹਨ। ਅਸੀਂ ਇਹਦੇ ਆਖਰੀ ਅਰਥ ਨਾਲ ਸਮਝਣ ਦਾ ਯਤਨ ਕਰਾਂਗੇ। ਸੱਚ ਤੋਂ ਭਾਵ ਸੱਚ ਦੇ ਵਿੱਚ, ਸੱਚਖੰਡ ਵਾਲੀ ਅਵਸਥਾ ਦੇ ਅੰਦਰ। ਇੱਥੇ ਖੰਡ ਡੱਡੇ ਨੂੰ ਸਿਆਰੀ ਨਾਲ ਆਇਆ, ਪਰ ਪਹਿਲੇ ਪੌੜੀਆਂ ਦੇ ਅੰਦਰ ਖੰਡ ਜਦੋਂ ਦੇਖੋਗੇ ਉਹ ਮੁਕਤਾ ਆਇਆ ਹੈ, ਉਹਨੂੰ ਕੋਈ ਵਾਵਲਸ ਨਹੀਂ ਹੈ, ਉਹਦਾ ਅਰਥ ਹੋਰ ਹੋ ਜਾਂਦਾ ਹੈ, ਉਹ ਪਾਰਟੀਕਲ ਨਾਉਨ ਦੇ ਵਿੱਚ ਆਉਂਦਾ ਹੈ। ਤਾਂ ਇੱਥੇ ਡੱਡੇ ਨੂੰ ਸਿਆਰੀ ਹੈ, ਖੰਡ ਦੇ ਵਿੱਚ ਚੱਚੇ ਨੂੰ ਵੀ ਸਿਆਰੀ ਹੈ। ਸੱਚਖੰਡ ਵਾਲੀ ਅਵਸਥਾ ਦੇ ਅੰਦਰ ਨਜ਼ਰ ਨਿਹਾਲ ਕਰਨ ਵਾਲੀ ਨਜ਼ਰ ਵੇਖਦਾ ਹੈ, ਸੰਭਾਲ ਕਰਦਾ ਹੈ। ਹੁਣ ਪਰਮੇਸ਼ਰ ਮੇਰੇ ਸਭ ਦੇ ਅੰਦਰ ਹੈ। ਜਦੋਂ ਮੈਂ ਮਹਿਸੂਸ ਕਰ ਲਵਾਂਗਾ, ਰਿਅਲਾਈਜ਼ ਕਰ ਲਵਾਂਗਾ, ਜਾਣ ਲਵਾਂਗਾ, ਤਾਂ ਅੰਦਰੋਂ ਹੀ ਮੈਂ ਆਪਣੇ ਜੀਵਨ ਦੇ ਵਿੱਚੋਂ ਇਸ ਸੱਚਖੰਡ ਨੂੰ ਦੇਖ ਸਕਦਾ ਹਾਂ, ਮਾਣ ਸਕਦਾ ਹਾਂ। ਤਾਂ ਸਤਿਗੁਰੂ ਇਸ ਪੰਕਤੀ ਨੂੰ ਇਉਂ ਸਮਝਾਉਣਾ ਕਰਦੇ ਹਨ। ਇਸ ਅਵਸਥਾ ਦੇ ਅੰਦਰ ਬੇਅੰਤ ਭਵਨ, ਆਕਾਰ, ਸ਼ਕਲਾਂ, ਗਲੈਕਸੀ, ਪਲੈਨਟਸ, ਇਹ ਸਾਰਾ ਕੁਝ ਉਹਨਾਂ ਦੀ ਜਾਣਕਾਰੀ ਮਿਲਦੀ ਹੈ, ਸਮਝ ਆਉਂਦੀ ਹੈ ਕਿ ਕਿਵੇਂ ਪਰਮੇਸ਼ਰ ਜੋ ਹੈ ਉਹ ਇਹਨਾਂ ਨੂੰ ਬਣਾ ਕੇ ਇਹਨਾਂ ਦੀ ਸੰਭਾਲ ਕਰਦਾ ਹੈ, ਟੇਕ ਕੇਅਰ ਕਰਦਾ ਹੈ, ਆਪਣੇ ਨਿਯਮ ਦੇ ਵਿੱਚ ਚਲਾਉਂਦਾ ਹੈ ਤੇ ਹਰ ਵੇਲੇ ਖੇੜੇ ਦੀ ਅਵਸਥਾ ਵਿੱਚ ਰਹਿੰਦਾ ਹੈ, ਮੌਜ ਵਿੱਚ ਰਹਿੰਦਾ ਹੈ। ਤਾਂ ਇਸ ਤਰ੍ਹਾਂ ਕਰਦਿਆਂ ਇਸ ਵਿਚਾਰ ਨੂੰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਉਂ ਸਮਝਾਉਣਾ ਕੀਤਾ ਹੈ। ਕਰ ਕਰ ਵੇਖੈ ਕੀਤਾ ਆਪਣਾ, ਜਿਤ ਤਿਸ ਦੀ ਵਡਿਆਈ। ਉਹ ਕਰ ਕਰਕੇ ਵੇਖ ਰਿਹਾ ਹੈ, ਜੋ ਕੋਈ ਕਰਦਾ ਹੈ, ਬਣਾਉਂਦਾ ਹੈ, ਉਹਦੀ ਸੰਭਾਲ ਕਰਦਾ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਹਦੇ ਹੱਥ ਜ਼ੋਰ ਹੈ, ਜਿਸ ਪਰਮੇਸ਼ਰ ਦੇ ਹੱਥ ਇਹ ਤਾਕਤ ਹੈ, ਉਹ ਕਰਕੇ ਉਹਨੂੰ ਵੇਖਦਾ ਹੈ, ਉਹਦੀ ਟੇਕ ਕੇਅਰ ਕਰਦਾ ਹੈ। ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ। ਉਪਾਏ ਪੈਦਾ ਕਰਦਾ ਹੈ, ਬਣਾਉਂਦਾ ਹੈ ਤੇ ਉਹਦੀ ਆਪ ਹੀ ਸੰਭਾਲ ਕਰਦਾ ਹੈ। ਜਿਹੜੇ ਜੀਵ ਇਸ ਗੱਲ ਨੂੰ ਸਮਝ ਜਾਂਦੇ ਨੇ, ਇਸ ਹੁਕਮ, ਇਸ ਰਜ਼ਾ ਨੂੰ, ਨਿਯਮ ਨੂੰ ਸਮਝ ਜਾਂਦੇ ਨੇ ਕਿ ਪਰਮੇਸ਼ਰ ਆਪ ਪੈਦਾ ਕਰਦਾ ਹੈ, ਆਪ ਉਹਦੀ ਸੰਭਾਲ ਕਰਦਾ ਹੈ, ਤਾਂ ਉਹਨਾਂ ਨੂੰ ਉਹ ਨੇੜੇ ਦਿਸਦਾ ਹੈ। ਪਰਮੇਸ਼ਰ ਆਪਣੇ ਅੰਦਰੋਂ ਰਿਅਲਾਈਜ਼ ਕਰਦੇ ਨੇ। ਤੇ ਜਿਹੜੇ ਇਸ ਵਿਚਾਰ ਨੂੰ ਸਮਝਦੇ ਨਹੀਂ, ਉਹ ਉਸ ਤੋਂ ਦੂਰ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ
ਉਹ ਪਰਮੇਸ਼ਰ ਹਰ ਵੇਲੇ ਬਣਾ ਕੇ ਟੇਕ ਕੇਅਰ ਕਰਦਾ ਹੈ। ਸਤਿਗੁਰੂ ਸਮਝਾਉਣਾ ਕਰਦੇ ਹਨ, ਹਰ ਵੇਖੈ ਸੁਣੈ ਨਿਤ ਸਭ ਕਿਛ, ਤਿਦੂ ਕਿਛ ਗੁੱਜਾ ਨਾ ਹੋਆ। ਉਹਦੇ ਤੋਂ ਕੁਝ ਲੁਕਿਆ ਨਹੀਂ ਹੈ, ਅਸੀਂ ਉਹਦੇ ਤੋਂ ਕੁਝ ਛੁਪਾ ਨਹੀਂ ਸਕਦੇ। ਉਹ ਹਰ ਵੇਲੇ ਵੇਖਦਾ ਹੈ, ਸੁਣਦਾ ਹੈ, ਟੇਕ ਕੇਅਰ ਕਰਦਾ ਹੈ, ਪਰ ਪਾਲਣਾ ਕਰਦਾ ਹੈ। ਨਿਤ ਨਿਤ, ਰੋਜ਼ ਰੋਜ਼, ਹਰ ਵੇਲੇ